Hello students, welcome back. Now I'm going to explain the second part, the remaining part of the chapter Budgeting Your Time. I hope you have completely understood the first part of this chapter. Let us start reading the remaining part. One must learn to be punctual in all one's activities. Punctual ਦਾ meaning ਹੈ ਕਿਸੇ ਕੰਮ ਨੂੰ ਸਮੇਂ ਸਿਰ ਕਰਨਾ। ਸੋ ਕਹਿੰਦੇ ਨੇ ਕਿ ਇਨਸਾਨ ਨੂੰ ਆਪਣੇ ਸਾਰੇ ਹੀ ਕੰਮ ਸਮੇਂ ਸਿਰ ਕਰਨ ਦੇ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਸਿੱਖਣਾ ਚਾਹੀਦਾ ਹੈ ਕਿ ਹਰ ਕੰਮ ਨੂੰ ਸਮੇਂ ਸਿਰ ਕਿਵੇਂ ਕਰਨਾ ਹੈ। ਦੋਜ਼ ਹੂ ਆਰ ਬਿਹਾਈਂਡ ਟਾਈਮ, ਜਿਹੜੇ ਕਿ ਸਮੇਂ ਤੋਂ ਪਿੱਛੇ ਰਹਿ ਜਾਂਦੇ ਨੇ, ਲੈਗ ਬਿਹਾਈਂਡ ਇਨ ਦੇਅਰ ਲਾਈਫ ਟੂ, ਤਾਂ ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੀ ਪਿੱਛੇ ਹੀ ਰਹਿ ਜਾਂਦੇ ਹਨ। ਐਨ ਅਪੋਰਚੁਨਿਟੀ ਮਿਸਡ ਇਜ਼ ਐਨ ਅਪੋਰਚੁਨਿਟੀ ਲੋਸਟ ਫॉर ਐਵਰ। ਇੱਕ ਵਾਰੀ ਗਵਾਇਆ ਹੋਇਆ ਅਵਸਰ, ਅਪੋਰਚੁਨਿਟੀ ਹੁੰਦਾ ਮੌਕਾ, ਚਾਂਸ, ਅਵਸਰ। ਜੇ ਇੱਕ ਵਾਰੀ ਆਪਾਂ ਅਵਸਰ ਗਵਾ ਦਈਏ ਤਾਂ ਹਮੇਸ਼ਾ ਵਾਸਤੇ ਉਹ ਅਵਸਰ ਜਿਹੜਾ ਉਹ ਸਾਡੇ ਹੱਥੋਂ ਚਲਾ ਜਾਂਦਾ ਹੈ। ਬਾਈ ਬੀਇੰਗ ਲੇਟ ਯੂ ਮੇ ਮਿਸ ਐਨ ਇੰਪੋਰਟੈਂਟ ਟ੍ਰੇਨ। ਜੇ ਤੁਸੀਂ ਮੰਨ ਲਓ ਲੇਟ ਹੋ ਗਏ ਤਾਂ ਹੋ ਸਕਦਾ ਤੁਹਾਡੀ ਕੋਈ ਇੰਪੋਰਟੈਂਟ ਟ੍ਰੇਨ ਮਿਸ ਹੋ ਜਾਵੇ। ਤੁਸੀਂ ਟ੍ਰੇਨ ਪਕੜਨੀ ਸੀ, ਕਿਤੇ ਪਹੁੰਚਣਾ ਸੀ, ਟਾਈਮ ਸਿਰ ਪਹੁੰਚਣਾ ਸੀ। ਮੰਨ ਲਓ ਤੁਸੀਂ ਕੋਈ ਜੌਬ ਹੀ ਕਰ ਰਹੇ ਹੋ ਔਰ ਟ੍ਰੇਨ ਦੇ ਦੁਆਰਾ ਜਾਂਦੇ ਹੋ, ਦੂਰ ਹੈ, ਤੋ ਮਿਸ ਹੋ ਜਾਂਦੀ ਹੈ ਤਾਂ ਸਮੇਂ ਸਿਰ ਤੁਸੀਂ ਪਹੁੰਚ ਹੀ ਨਹੀਂ ਪਾਓਗੇ। ਹੋ ਸਕਦਾ ਤੁਹਾਡਾ ਨੁਕਸਾਨ ਹੋ ਜਾਏ ਕੋਈ। ਅ ਕਰੂਸ਼ਲ ਫਲਾਈਟ, ਅਤੇ ਸਮੇਂ ਸਿਰ ਨਾ ਪਹੁੰਚੋਗੇ ਤਾਂ ਇੱਕ ਬੜੀ ਇੰਪੋਰਟੈਂਟ ਫਲਾਈਟ ਵੀ ਮਿਸ ਹੋ ਸਕਦੀ ਹੈ ਤੁਹਾਡੀ। ਅ ਕਰੀਅਰ ਮੇਕਿੰਗ ਜੌਬ, ਜਾਂ ਫਿਰ ਤੁਹਾਡੇ ਕਰੀਅਰ ਦੀ ਬਹੁਤ ਹੀ ਇੰਪੋਰਟੈਂਟ ਜੌਬ ਹੈ, ਤੁਸੀਂ ਟਾਈਮ ਸਿਰ ਨਹੀਂ ਪਹੁੰਚ ਪਾਏ ਇੰਟਰਵਿਊ ਦੇਣ ਵਾਸਤੇ, ਜੌਬ ਕਿਸੇ ਹੋਰ ਨੂੰ ਮਿਲ ਗਈ। ਜਾਂ ਫਿਰ ਕੋਈ ਐਨ ਐਡਮਿਸ਼ਨ ਟੂ ਐਕਸਲੈਂਟ ਕੋਰਸ, ਜਾਂ ਬਹੁਤ ਹੀ ਵਧੀਆ ਕੋਰਸ ਹੈ, ਤੁਸੀਂ ਐਡਮਿਸ਼ਨ ਲੈਣੀ ਸੀ, ਲਿਮਿਟਿਡ ਸੀਟਸ ਨੇ, ਤੁਸੀਂ ਟਾਈਮ ਸਿਰ ਅਪਲਾਈ ਨਹੀਂ ਕੀਤਾ ਤਾਂ ਉਹ ਕਿਸੇ ਹੋਰ ਨੇ ਅਵੇਲ ਕਰ ਲਿਆ। ਤਾਂ ਇਸ ਤਰ੍ਹਾਂ ਸਮੇਂ ਦਾ ਸਹੀ ਸਦਉਪਯੋਗ ਨਾ ਕਰਨ ਦੇ ਨਾਲ ਤੁਹਾਡਾ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਇਟ ਇਜ਼ no use crying over spilt milk। ਸੋ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ, ਉਹੀ ਚੀਜ਼ ਇਸ ਚੀਜ਼ ਦਾ ਵੀ ਉਹੀ ਮੀਨਿੰਗ ਹੈ, ਇਸ ਲਾਈਨ ਦਾ ਵੀ ਉਹੀ ਮੀਨਿੰਗ ਹੈ ਕਿ no use crying over spilt milk, ਕਿ ਇੱਕ ਵਾਰੀ ਕੋਈ ਚੀਜ਼ ਹੱਥੋਂ ਨਿਕਲ ਜਾਵੇ ਤਾਂ ਉਹ ਵਾਪਿਸ ਨਹੀਂ ਮਿਲਦੀ। or blaming the stars when you are yourself responsible for your failure। ਜਾਂ ਫਿਰ ਕਈ ਲੋਕ ਕੀ ਕਰਦੇ ਨੇ, ਕਹਿੰਦੇ ਕਿ ਸਾਡੇ ਤੇ ਸਿਤਾਰੇ ਹੀ ਸਹੀ ਨਹੀਂ ਚੱਲ ਰਹੇ, ਆਪਣੇ ਗ੍ਰਹਿਾਂ ਨੂੰ ਦੋਸ਼ ਦੇਈ ਜਾਂਦੇ ਆ ਕਿ ਸਾਡੇ ਗ੍ਰਹਿ ਨਹੀਂ ਸਹੀ ਚੱਲ ਰਹੇ। ਤਾਂ ਉਹਦਾ ਕੀ ਫਾਇਦਾ? ਜਦੋਂ ਕੋਈ ਚੀਜ਼ ਨਿਕਲ ਗਈ, ਸਮਾਂ ਹੀ ਹੱਥੋਂ ਨਿਕਲ ਗਿਆ, ਤਾਂ ਫਿਰ ਪਛਤਾਉਣ ਦਾ ਕੀ ਫਾਇਦਾ? ਤਾਂ ਤੁਸੀਂ ਖੁਦ ਹੀ ਉਸ ਫੇਲੀਅਰ ਵਾਸਤੇ ਜ਼ਿੰਮੇਦਾਰ ਹੋ, ਰਿਸਪੋਂਸੀਬਲ ਹੋ। ਹੋਰ ਕੋਈ ਰਿਸਪੋਂਸੀਬਲ ਇਸ ਵਾਸਤੇ ਨਹੀਂ ਹੈ, ਬਲਕਿ ਤੁਸੀਂ ਖੁਦ ਇਹਦੇ ਵਾਸਤੇ ਰਿਸਪੋਂਸੀਬਲ ਹੋ। ਨੈਕਸਟ ਇਜ਼ ਯਕਸ਼, ਅ ਗੋਡ ਆਸਕਡ ਯੁਧਿਸ਼ਠਿਰ, what is the best time for doing a thing। ਬੱਚੇ ਤੁਸੀਂ ਮਹਾਭਾਰਤ ਵਿੱਚ ਸ਼ਾਇਦ ਦੇਖਿਆ ਹੋਵੇ, ਟੀਵੀ 'ਤੇ ਆਉਂਦਾ ਰਿਹਾ ਸੀਰੀਅਲ, ਔਰ ਇੱਕ ਇਹ ਐਪਿਕ ਹੈ ਔਰ ਇਹ ਪਾਂਡਵਾਂ ਦੀ ਕੌਰਵਾਂ ਦੀ ਸਟੋਰੀ ਹੈ। ਇਹਦੇ 'ਚ ਇੱਕ ਐਪੀਸੋਡ ਆਉਂਦਾ ਹੈ ਜਦੋਂ ਜਿਹੜੇ 5 ਪਾਂਡਵ ਨੇ, ਉਹਨਾਂ ਦੀ ਮਦਰ ਦਾ ਨਾਮ ਕੁੰਤੀ ਹੈ, ਔਰ ਉਹ ਜੰਗਲ ਦੇ ਵਿੱਚ ਭਟਕ ਰਹੇ ਨੇ, ਪਾਣੀ ਪੀਣ ਵਾਸਤੇ ਇੱਕ ਪੌਂਡ ਦੇ ਕਿਨਾਰੇ ਜਾਂਦੇ ਨੇ, ਵਾਰੀ ਵਾਰੀ ਜਾਂਦੇ ਨੇ, ਔਰ ਉਹਨਾਂ ਦਾ ਇੱਕ ਪਾਣੀ ਦਾ ਜਿਹੜਾ ਕੋਈ ਇੱਕ ਪਰਸਨ ਬੈਠਾ ਹੋਇਆ, ਇੱਕ ਦੇਵਤਾ ਹੈ, ਗੋਡ ਬੈਠਾ ਹੋਇਆ, ਯਕਸ਼ ਜਿਹਨੂੰ ਕਹਿ ਰਹੇ ਨੇ, ਉਹ ਰੋਕਦਾ ਹੈ ਸਾਰਿਆਂ ਨੂੰ, ਕੁਛ ਕੁਐਸਚਨਸ ਪੁੱਛਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਕਿ ਜੇ ਤੁਸੀਂ ਸਹੀ ਨਾ ਦੇ ਸਕੇ ਜਵਾਬ ਤਾਂ ਫਿਰ ਤੁਸੀਂ ਨੁਕਸਾਨ ਹੋਏਗਾ, ਮਤਲਬ ਉਹਨਾਂ ਦੀ ਫਿਰ ਡੈਥ ਹੋ ਜਾਂਦੀ ਹੈ। ਤਾਂ ਇਸੇ ਤਰ੍ਹਾਂ ਬਾਕੀ ਸਾਰੇ ਭਰਾ ਜਾਂਦੇ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਹ ਸਹੀ ਕੋਈ ਵੀ ਜਵਾਬ ਨਹੀਂ ਦੇ ਪਾਉਂਦਾ। ਤਾਂ ਸਭ ਤੋਂ ਵੱਡਾ ਬ੍ਰਦਰ ਯੁਧਿਸ਼ਠਿਰ, ਉਹਦੇ ਬਾਰੇ ਹੁਣੇ ਮੈਂਸ਼ਨ ਕਰ ਰਹੇ ਨੇ। ਯੁਧਿਸ਼ਠਿਰ ਜਦੋਂ ਜਾਂਦਾ ਹੈ ਪਾਣੀ ਮੰਗਣ ਵਾਸਤੇ ਜਾਂ ਪਾਣੀ ਲੈਣ ਵਾਸਤੇ, ਤਾਂ ਉਹ ਜਿਹੜਾ ਯਕਸ਼ ਉੱਥੇ ਬੈਠਾ ਹੈ, ਪਾਣੀ ਦੀ ਰਖਵਾਲੀ ਕਰ ਰਿਹਾ ਹੈ, ਕਿਸੇ ਨੂੰ ਪਾਣੀ ਲੈਣ ਨਹੀਂ ਦਿੰਦਾ, ਉਹ ਪੁੱਛਦਾ ਹੈ ਵਾਟ ਇਜ਼ ਦ ਬੈਸਟ ਟਾਈਮ ਫॉर ਡੂਇੰਗ ਅ ਥਿੰਗ। ਉਹ ਪੁੱਛਦਾ ਹੈ ਕਿ ਕਿਸੇ ਕੰਮ ਨੂੰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਹੈ। ਦ ਵਾਈਜ਼ ਸਨ ਆਫ ਕੁੰਤੀ ਸੈਡ, ਕੁੰਤੀ ਦਾ ਬਹੁਤ ਹੀ ਅਕਲਮੰਦ ਬੇਟਾ ਯੁਧਿਸ਼ਠਿਰ, ਉਹ ਜਵਾਬ ਦਿੰਦਾ ਹੈ, ਕਹਿੰਦਾ ਨਾਓ, ਹੁਣ।
The work in hand is the most important book and the present is the most important time to do it. ਤਾਂ ਉਹ ਜਵਾਬ ਦਿੰਦਾ ਹੈ ਕਿ ਨਾਓ ਮਤਲਬ ਵਰਤਮਾਨ ਹੋਣ ਵਾਲਾ ਸਮਾਂ, ਜਿਹੜਾ ਕੰਮ ਹੱਥ ਵਿੱਚ ਹੋਵੇ, ਜਿਹੜਾ ਇਨ ਹੈਂਡ ਹੈ, ਤੁਹਾਡੇ ਹੱਥ ਦੇ ਵਿੱਚ ਹੈ, ਉਹ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ ਅਤੇ ਉਸ ਨੂੰ ਕਰਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁਣ ਦਾ ਹੀ ਸਮਾਂ ਹੁੰਦਾ ਹੈ, ਪ੍ਰੈਜ਼ੈਂਟ ਦਾ ਹੀ ਸਮਾਂ ਹੁੰਦਾ ਹੈ। ਨਾਓ ਔਰ ਨੈਵਰ ਮਸਟ ਬੀ ਆਵਰ ਗਾਈਡਿੰਗ ਪ੍ਰਿੰਸੀਪਲ। ਕਹਿੰਦੇ ਆ ਕਿ ਜਾਂ ਤਾਂ ਹੁਣੇ ਕਰੋ ਜਾਂ ਫਿਰ ਕਦੀ ਨਹੀਂ। ਇਹੋ ਹੀ ਸਾਡੇ ਜੀਵਨ ਦਾ ਮੁੱਖ ਸਿਧਾਂਤ ਹੋਣਾ ਚਾਹੀਦਾ ਹੈ, ਨਾਓ ਔਰ ਨੈਵਰ। Never put off till tomorrow, they say, what you can do today। ਤਾਂ ਲੋਕ ਕਹਿੰਦੇ ਹਨ ਕਿ ਅੱਜ ਦਾ ਕੰਮ ਕੱਲ੍ਹ 'ਤੇ ਕਦੇ ਨਹੀਂ ਛੱਡਣਾ ਚਾਹੀਦਾ। ਸੋ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜੇ ਆਪਾਂ ਕੱਲ੍ਹ 'ਤੇ ਛੱਡ ਦੇਵਾਂਗੇ ਅਤੇ ਜੇ ਕੰਮ ਅੱਜ ਹੀ ਹੋਣਾ ਸੀ ਅਤੇ ਕੱਲ੍ਹ ਉਹਦਾ ਮੌਕਾ ਹੀ ਨਾ ਮਿਲੇ ਤਾਂ ਫਿਰ ਉਹ ਕਿੱਥੋਂ ਕਰ ਲਵਾਂਗੇ। ਇਸ ਕਰਕੇ ਤੁਹਾਨੂੰ ਵੀ ਆਪਣੀ ਜ਼ਿੰਦਗੀ ਦਾ ਇਹੋ ਹੀ ਗਾਈਡਿੰਗ ਪ੍ਰਿੰਸੀਪਲ ਬਣਾਉਣਾ ਚਾਹੀਦਾ ਹੈ ਕਿ ਨਾਓ ਔਰ ਨੈਵਰ। ਜਿਹੜਾ ਤੁਹਾਨੂੰ ਕੰਮ ਦਿੱਤਾ ਜਾਂਦਾ ਹੈ, ਟੀਚਰਸ ਤੁਹਾਨੂੰ ਕੰਮ ਦਿੰਦੇ ਨੇ, ਉਹ ਹੁਣ ਦਾ ਹੁਣੇ ਹੀ ਕਰ ਲੈਣਾ ਚਾਹੀਦਾ ਹੈ, ਪੈਂਡਿੰਗ ਨਹੀਂ ਰੱਖਣਾ ਚਾਹੀਦਾ, ਅੱਗੇ ਤੇ ਨਹੀਂ ਪਾਉਣਾ ਚਾਹੀਦਾ। ਨੈਕਸਟ, ਇਨ ਦਿਸ ਏਜ ਆਫ ਗਲੋਬਲਾਈਜੇਸ਼ਨ, ਸੁਪਰ ਕੰਪਿਊਟਰਸ ਐਂਡ ਸਪੇਸ ਟਰੈਵਲ, ਲਾਈਫ ਇਜ਼ ਮੂਵਿੰਗ ਸੋ ਫਾਸਟ that a slip of even a fraction of a second can spell doom and disaster। ਹੁਣ ਗੱਲ ਕਰ ਰਹੇ ਨੇ ਗਲੋਬਲਾਈਜੇਸ਼ਨ ਦੀ। ਗਲੋਬਲਾਈਜੇਸ਼ਨ ਮਤਲਬ ਜਿੱਥੇ ਹੁਣ ਪੂਰੀ ਦੁਨੀਆ ਇੱਕ ਹੋ ਗਈ ਹੈ, ਸਾਰੇ ਆਪਸ ਵਿੱਚ ਜੁੜੇ ਹੋਏ ਨੇ, ਮਿਲ ਜੁਲ ਕੇ ਸਾਰੀ ਜਿਹੜੇ ਨੇ ਉਹ ਕੰਮ ਕਰਦੇ ਨੇ, ਔਰ ਵੈਸ਼ਵੀਕਰਨ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਪੰਜਾਬੀ ਦੇ ਵਿੱਚ। ਸੁਪਰ ਕੰਪਿਊਟਰਸ ਦਾ ਜ਼ਮਾਨਾ ਹੈ, ਸਪੇਸ ਟਰੈਵਲ ਕਰਦੇ ਨੇ ਲੋਕ, ਸਪੇਸ ਵਿੱਚ ਦੁਨੀਆ ਜਾ ਰਹੀ, ਹੁਣ ਤਾਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ। ਕਹਿਣ ਦਾ ਮਤਲਬ ਹੈ ਕਿ ਲਾਈਫ ਇਜ਼ ਮੂਵਿੰਗ ਸੋ ਫਾਸਟ, ਜ਼ਿੰਦਗੀ ਇਤਨੀ ਤੇਜ਼ ਚੱਲ ਰਹੀ ਹੈ, ਦੈਟ ਅ ਸਲਿਪ ਆਫ ਈਵਨ ਅ ਫਰੈਕਸ਼ਨ ਆਫ ਅ ਸੈਕਿੰਡ, ਕਿ ਅਗਰ ਕਿਸੇ ਸੈਕਿੰਡ ਦਾ ਛੋਟਾ ਜਿਹਾ ਅੰਸ਼ ਵੀ ਹੱਥੋਂ ਨਿਕਲ ਜਾਵੇ ਤਾਂ ਕੀ ਹੋਏਗਾ, ਕੈਨ ਸਪੈਲ ਡੂਮ ਐਂਡ ਡਿਜ਼ਾਸਟਰ, ਤਾਂ ਉਹਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋਏਗਾ, ਬਹੁਤ ਵੱਡਾ ਸਰਵਨਾਸ਼ ਹੋ ਸਕਦਾ ਹੈ। ਫੋਰ ਐਗਜ਼ਾਮਪਲ ਆਪਾਂ ਦੇਖ ਲਈਏ ਕਿ ਕੋਈ ਰੋਕੇਟ ਲਾਂਚ ਕਰਨਾ ਹੈ, ਤਾਂ ਉਹਦੀ ਵਰਕਿੰਗ ਦੇ ਵਿੱਚ ਕੋਈ 1-2 ਸੈਕਿੰਡ ਦਾ ਫਰਕ ਪੈ ਜਾਂਦਾ ਹੈ ਕਿ ਉਹਨੂੰ ਉਹਨਾਂ ਇਗਨੀਸ਼ਨ ਨਹੀਂ ਮਿਲ ਪਾਉਂਦਾ ਜਿੰਨਾ ਉਹਨੂੰ ਉੱਪਰ ਨੂੰ ਚੁੱਕਣ ਵਾਸਤੇ ਜ਼ਰੂਰੀ ਸੀ। ਠੀਕ ਹੈ, ਐਸਕੇਪ ਵੈਲੋਸਿਟੀ ਜਾਂ ਉਹਦੀ ਘੱਟ ਰਹਿ ਜਾਂਦੀ ਹੈ, এনवायरमेंट ਨੂੰ ਛੱਡਣ ਵਾਸਤੇ ਉਹਨੂੰ ਜਿੰਨਾ ਚਾਹੀਦਾ ਸੀ ਉਹ ਨਹੀਂ ਮਿਲ ਪਾਉਂਦੀ। ਤਾਂ ਕੀ ਹੋਏਗਾ, ਉਹ 1-2 ਸੈਕਿੰਡ ਦੇ ਫਰਕ ਨਾਲ ਹੀ ਉਹ ਬਲਾਸਟ ਕਰ ਸਕਦਾ ਹੈ। ਕਿੰਨੇ ਮਿਲੀਅਨਸ ਐਂਡ ਬਿਲੀਅਨਸ ਆਫ ਪ੍ਰੋਪਰਟੀ ਜਿਹੜੀ ਉਹਦੀ, ਉਹ ਪੈਸਾ ਜੋ ਲੱਗਾ ਸੀ ਉਹਦੇ 'ਤੇ ਕੀ ਹੋਏਗਾ, ਉਹ ਸਾਰਾ ਪੈਸਾ ਵੇਸਟ ਜਾ ਸਕਦਾ ਹੈ। ਸੋ ਇਹੋ ਹੀ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਟਾਈਮ ਕਿੰਨਾ ਇੰਪੋਰਟੈਂਟ ਹੁੰਦਾ ਹੈ। ਐਵਰੀ ਸਿੰਗਲ ਸੈਕਿੰਡ ਹੈਜ਼ ਦੇਅਰਫੋਰ ਇਟਸ ਓਨ ਇੰਪੋਰਟੈਂਸ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਇੱਕ ਸੈਕਿੰਡ ਦਾ ਵੀ ਆਪਣਾ ਹੀ ਮਹੱਤਵ ਹੁੰਦਾ ਹੈ, ਔਰ that is why the concept of budgeting one's time is fast catching up। ਇਹੋ ਹੀ ਤਾਂ ਵਜ੍ਹਾ ਹੈ ਕਿ ਜਿਹੜਾ ਵਿਚਾਰ ਹੈ ਕਿ ਟਾਈਮ ਦਾ ਆਪਾਂ ਬਜਟ ਬਣਾਉਣਾ ਹੈ, ਸਮੇਂ ਦਾ ਬਜਟ ਬਣਾਉਣਾ ਹੈ, ਇਹ ਵਿਚਾਰ ਜ਼ੋਰ ਫੜਦਾ ਜਾ ਰਿਹਾ ਹੈ, ਬੜਾ ਇੰਪੋਰਟੈਂਟ ਹੁੰਦਾ ਜਾ ਰਿਹਾ ਹੈ, ਬੜਾ ਫੇਮਸ ਹੋ ਰਿਹਾ ਹੈ ਇਹ ਵਿਚਾਰ। ਐਵਰੀ ਮੋਮੈਂਟ ਆਫ ਲਾਈਫ ਇਜ਼ ਪ੍ਰੈਸ਼ੀਅਸ। ਜ਼ਿੰਦਗੀ ਦਾ ਹਰ ਇੱਕ ਪਲ ਬੜਾ ਕੀਮਤੀ ਹੁੰਦਾ ਹੈ। ਐਂਡ ਐਨੀ ਕੇਅਰਲੈਸ ਐਟੀਟਿਊਡ, ਅਤੇ ਅਗਰ ਆਪਾਂ ਜ਼ਰਾ ਜਿੰਨੇ ਵੀ ਲਾਪਰਵਾਹ ਹੋ ਜਾਂਦੇ ਹਾਂ, ਲਾਪਰਵਾਹ ਵਿਵਹਾਰ ਹੋ ਜਾਂਦਾ ਸਾਡਾ, ਐਟੀਟਿਊਡ ਮਤਲਬ ਵਿਵਹਾਰ, ਵਤੀਰਾ, ਔਰ ਐਪਥੀ, ਐਪਥੀ ਮਤਲਬ ਉਦਾਸੀਨਤਾ, ਮਤਲਬ ਆਪਾਂ ਪਰਵਾਹ ਨਹੀਂ ਕਰ ਰਹੇ, ਠੀਕ ਹੈ, ਕੇਅਰਲੈਸ ਹੋ ਰਹੇ ਹਾਂ, ਅਵੋਇਡ ਕਰ ਰਹੇ ਹਾਂ ਟੂਵਰਡਸ ਦ ਇੰਪੋਰਟੈਂਸ ਆਫ ਟਾਈਮ। ਅਗਰ ਸਮੇਂ ਦੀ ਮਹੱਤਤਾ ਦੇ ਪ੍ਰਤੀ ਅਸੀਂ ਲਾਪਰਵਾਹੀ ਵਰਤੀ ਜਾ ਰਹੇ ਹਾਂ, ਉਦਾਸੀਨ ਹੋਈ ਜਾ ਰਹੇ ਹਾਂ, ਕੈਨ ਪ੍ਰੂਵ ਹਾਈਲੀ ਡੈਟਰੀਮੈਂਟਲ ਟੂ ਐਨੀ ਸੁਸਾਇਟੀ। ਡੈਟਰੀਮੈਂਟਲ ਦਾ ਮਤਲਬ ਹੈ ਹਾਨੀਕਾਰਕ। ਤਾਂ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਮਾਜ ਵਾਸਤੇ ਬੜਾ ਹਾਨੀਕਾਰਕ ਹੋ ਸਕਦਾ ਹੈ। We can hope for a good tomorrow only if we know the value of today। ਅਸੀਂ ਚੰਗੇ ਫਿਊਚਰ ਦੀ ਆਸ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਨੂੰ ਅੱਜ ਦੀ ਕੀਮਤ ਕੀ ਹੈ, ਸਾਨੂੰ ਉਹਦੇ ਬਾਰੇ ਜਾਣਕਾਰੀ ਹੋਵੇ, ਅਸੀਂ ਉਹਦੇ ਬਾਰੇ ਜਾਣਦੇ ਹੋਈਏ ਕਿ ਪ੍ਰੈਜ਼ੈਂਟ ਜਿਹੜਾ ਸਮਾਂ ਹੈ ਉਹ ਕਿੰਨਾ ਇੰਪੋਰਟੈਂਟ ਹੈ। We are duty bound to bequeath a happy and prosperous future।
to the coming generations। ਹੁਣ ਇੱਥੇ bequeath ਦਾ ਮਤਲਬ ਹੈ ਜਿਸ ਤਰ੍ਹਾਂ ਕੋਈ ਵਸੀਅਤ ਲਿਖ ਦਿੰਦਾ ਆਪਣੀ ਕਿ ਆਪਣੇ ਆਉਣ ਵਾਲੀ ਜਨਰੇਸ਼ਨ ਵਾਸਤੇ ਕਿ ਮੈਂ ਇਹ ਛੱਡ ਕੇ ਜਾ ਰਿਹਾ। ਸੋ ਇਹ bequeath ਮਤਲਬ ਆਪਾਂ ਹੁਣ ਡਿਊਟੀ ਹੈ ਸਾਡੀ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੀ bequeath ਕਰੀਏ, ਕੀ ਅਸੀਂ ਲਿਖ ਕੇ ਜਾਈਏ, ਕੀ ਆਪਾਂ ਦਈਏ ਆਪਣੀ ਆਉਣ ਵਾਲੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਆਪਾਂ ਕੀ ਦੇਣਾ ਹੈ। ਹੈਪੀ, ਖੁਸ਼, ਪ੍ਰੋਸਪਰਸ, ਖੁਸ਼ਹਾਲ, ਫਿਊਚਰ, ਭਵਿੱਖ। ਅਸੀਂ ਉਹਨਾਂ ਨੂੰ ਖੁਸ਼ ਅਤੇ ਖੁਸ਼ਹਾਲ ਭਵਿੱਖ ਦੇਣਾ ਹੈ। ਕਿਸ ਨੂੰ? ਆਉਣ ਵਾਲੀਆਂ ਜਨਰੇਸ਼ਨਸ ਨੂੰ। ਉਹਨਾਂ ਨੂੰ ਅਸੀਂ ਚੰਗਾ ਫਿਊਚਰ ਦੇਣਾ ਹੈ। ਜੇ ਅਸੀਂ ਸਮੇਂ ਦੀ ਕਦਰ ਕਰਾਂਗੇ ਤਾਂ ਇਸ ਤਰ੍ਹਾਂ ਹੋ ਸਕਦਾ ਹੈ। ਦਿਸ ਇਜ਼ ਪੋਸੀਬਲ ਓਨਲੀ ਇਫ ਵੀ ਨੋ ਦ ਵੈਲਿਊ ਆਫ ਨਾਓ ਇਨ ਆਵਰ ਲਾਈਵਸ ਟੂਡੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਹੁਣ ਦੇ ਵੇਲੇ ਦੀ ਕਦਰ ਕਰਦੇ ਹਾਂ, ਅਸੀਂ ਉਹਦੀ ਵੈਲਿਊ ਜਾਣਦੇ ਹਾਂ ਕਿ ਵਰਤਮਾਨ ਕਿੰਨਾ ਇੰਪੋਰਟੈਂਟ ਹੈ। ਸੋ ਸਟੂਡੈਂਟਸ, that's all for our chapter budgeting your time। I hope ਤੁਹਾਨੂੰ ਇਹ ਬਹੁਤ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਏਗੀ। Thank you so much, have a nice day।